नाद करो गुरुदेव को बंदन। वाहिगुरु मुख माहि विचारी, दोय कर जोर करो चरणों पर। जाऊं सदा गुर को बलिहारी, आन सुने उपमा गुर की। गुरमूरत ध्यान हृदय में धारी, वाहिगुरु श्री गुरु नानक साहिब। सेवक शरण गही दरबारी, दंडोत बंदन अनक बार। सर्व कला समरथ, डोलन ते राखो प्रभु। नानक दे कर हथ, ज्ञान अंजन गुर दिया। अज्ञान अंधेर बनास, हर कृपा ते संत भेटिया। नानक मन प्रगास, मूक उचरै शास्त्र पाठ। पिंग गिरन चढ़ जाए, औंध लखै बदरो सुन। जो काल कृपा कराए, गुरु नानक पुरुषोत्तम। परम परावर नाथ, जुगल चरण मम बंदना। तर कर माथ, गुरु नानक सुख सिंधु को। हाथ जोर प्रणाम, जिस करण ते बढ़वी। पाव है गत विश्राम। सतनाम श्री वाहिगुरु साहिब जी। तनासरी महला तीजा। काचा धन संचय मूरख गावार। मन मुख भूले अंध गावार। काचा धन संचय मूरख गावार। मन मुख भूले अंध गावार। बिखिया कै धन सदा दुख होए। ना साथ जाए ना प्राप्त होए। साचा धन गुरमति पाए। काचा धन पुन आवे जाए। रहाओ मन मुख भूले सब मरह गवार। भव जल डूबे ना उरवार ना पार। सतगुर भेटे पूरे भाग। साज रते अहनिस बैराग। चाहो जुग मह अमृत साची बाणी। पूरे भाग हर नाम समाणी। सिद्ध साधिक तरसह सब लोए। पूरे भाग प्राप्त होए। सब किश साचा साचा है सोए। ऊतम ब्रह्म पछाणै कोय। सच साचा सच आप दृढ़ाए। नानक आपे वेखै आपे सच लाए। सब किश साचा साचा है सोए। ऊतम ब्रह्म पछाणै कोय। सच साचा सच आप दृढ़ाए। नानक आपे वेखै आपे सच लाए। वाहिगुरु जी का खालसा वाहिगुरु जी की फतेह। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब महाराज जी की महान बख्शिश कृपालता का सदका आप सारे सत्संगी गुरु महाराज के पावन पवित्र सचखंड दरबार गुरुद्वारा श्री बेर साहिब जी विखे सतगुरु जी के
ਵਿਆਹ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਪ੍ਰਬੰਧਕਾਂ ਦੇ ਸੁਚੱਜੇ ਉਦਮ ਔਰ ਪ੍ਰਸ਼ਾਰਕ ਦੁਆਰਾ ਹਾਜ਼ਰੀ ਭਰ ਰਹੇ ਹੋ। ਰਾਤ ਬਟਾਲੇ ਤੋਂ ਸੰਗਤਾਂ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੀਆਂ ਹਨ। ਜੀ ਆਇਆਂ। ਔਰ ਰਾਤ ਦੀਵਾਨ ਵੀ ਕੁਝ ਸਮੇਂ ਲਈ ਸਜਾਏ ਗਏ। ਅੰਮ੍ਰਿਤ ਵੇਲੇ ਪ੍ਰਬੰਧਕਾਂ ਵੱਲੋਂ ਜਿਸ ਪ੍ਰਕਾਰ ਪ੍ਰੋਗਰਾਮ ਉਲੀਕਿਆ ਗਿਆ ਹੈ, ਰੋਜ਼ਾਨਾ ਜੋ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਮਹਾਰਾਜ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ, ਕੁਝ ਸਮੇਂ ਦਾ ਸਮਾਗਮ ਕਰਕੇ ਅਦਲਾ ਬਦਲੀ ਕੀਤੀ ਗਈ ਹੈ। ਪੌਣੇ ਆਪਣੇ 6 ਵਜੇ ਤੋਂ ਲੈ ਕੇ 6:15 ਵਜੇ ਤਾਈਂ ਗੁਰ ਸ਼ਬਦ ਦੀ ਵਿਚਾਰ ਹੈ। ਔਰ ਜੋ ਫਿਰ ਤਕਰੀਬਨ 6:30 ਵਜੇ ਅਰਦਾਸ ਬੇਨਤੀ ਕਰਕੇ ਨਗਰ ਦੀ ਜੋ ਨਗਰ ਕੀਰਤਨ ਦੀ ਪ੍ਰਾਰੰਭਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਤੋਂ ਪ੍ਰਾਰੰਭ ਹੋ ਕੇ ਰਸਤੇ 'ਚ ਜਿੱਥੇ ਜਿੱਥੇ ਸੰਗਤਾਂ ਦੇ ਪਿਆਰ ਦੁਆਰਾ ਪੜਾਅ ਬਣਾਏ ਗਏ ਹਨ ਔਰ ਬਟਾਲਾ ਨਗਰ ਗੁਰਦੁਆਰਾ ਸਤ ਕਰਤਾਰੀਆ ਵਿਖੇ ਨਗਰ ਕੀਰਤਨ ਇਹਦੀ ਸੰਪੂਰਨਤਾ ਹੋਏਗੀ। ਭਾਵੇਂ ਗੁਰਦੁਆਰਾ ਕੰਧ ਸਾਹਿਬ ਜਾਂ ਡੇਰਾ ਸਾਹਿਬ ਦੇ ਨਾਲ ਇਹ ਵਿਆਹ ਸਮਾਗਮ ਦਾ ਇਤਿਹਾਸ ਜੁੜਿਆ ਹੋਇਆ ਹੈ। ਸੰਗਤਾਂ ਇਹਨਾਂ ਦੋਵਾਂ ਸਥਾਨਾਂ 'ਤੇ ਯਾਤਰਾ ਕਰਦੀਆਂ ਹਨ। ਸ਼ਹਿਰ ਵਿੱਚ ਸਥਾਨ ਹੋਣ ਦੇ ਕਾਰਨ ਭਾਵੇਂ ਪਹਿਲੇ ਸਮੇਂ ਗੁਰਦੁਆਰਾ ਕੰਧ ਸਾਹਿਬ ਹੀ ਸੰਗਤ ਜਾਇਆ ਕਰਦੀ ਸੀ, ਸਥਾਨ ਸ਼ਹਿਰ ਵਿੱਚ ਹੈ। ਸੰਗਤਾਂ ਔਰ ਸਵਾਰੀਆਂ ਵਾਸਤੇ ਔਖਿਆਈ ਸੀ, ਇਸ ਕਰਕੇ ਗੁਰਦੁਆਰਾ ਜੋ ਸਤ ਕਰਤਾਰੀਆ ਉੱਥੇ ਜਾ ਕੇ ਨਗਰ ਕੀਰਤਨ ਦੀ ਸੰਪੰਨਤਾ ਹੁੰਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪ੍ਰਬੰਧਕਾਂ ਨੂੰ ਵੀ ਔਰ ਸੰਗਤਾਂ ਨੂੰ ਵੀ ਜਿਸ ਤਰ੍ਹਾਂ ਉਤਸ਼ਾਹ ਪਿਆਰ ਬਖਸ਼ਿਸ਼ ਕੀਤਾ ਹੈ ਔਰ ਇਸੇ ਤਰ੍ਹਾਂ ਇੱਥੋਂ ਨਗਰ ਕੀਰਤਨ ਆਰੰਭ ਹੋ ਕੇ ਰਸਤੇ ਵਿੱਚ ਬਾਬਾ ਬਕਾਲਾ ਸਾਹਿਬ ਤਥਾ ਜਿੱਥੇ ਜਿੱਥੇ ਲੰਗਰ ਜਾਂ ਜਲ ਪਾਣੀ ਦੇ ਔਰ ਪ੍ਰਬੰਧ ਕੀਤੇ ਗਏ ਉਹਦੇ ਮੁਤਾਬਕ ਅੱਗੇ ਬਟਾਲੇ ਨਗਰ ਜਿਵੇਂ ਨਗਰ ਕੀਰਤਨ ਨੇ ਪਹੁੰਚਣਾ, ਸਾਰੇ ਸੇਵਾਦਾਰ, ਸਾਰੀਆਂ ਸੰਗਤਾਂ, ਆਪ ਸਾਰੇ ਸਿਆਣੇ ਆ, ਸ਼ਰਧਾ ਭਗਤੀ ਦੇ ਨਾਲ ਜਿਸ ਤਰ੍ਹਾਂ ਪਿਛਲੇ ਸਾਲਾਂ ਵਿੱਚ ਸਮਾਗਮ ਮਨਾਇਆ, ਵਿੱਚ ਕੋਵਿਡ ਦਾ ਹੋਣ ਕਰਕੇ ਰੋਕ ਵੀ ਪਈ ਸੀ, ਅਤੇ ਹੁਣ ਮਹਾਰਾਜ ਨੇ ਫਿਰ
ਕਿਰਪਾ ਕੀਤੀ ਹੈ। ਸੰਗਤਾਂ ਵਾਸਤੇ ਦੁਆਰ ਖੁੱਲ੍ਹਿਆ ਹੈ। ਸੋ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਬਟਾਲੇ ਦੀ ਸੰਗਤ ਔਰ ਇੱਥੋਂ ਦੀ ਜੋ ਸੰਗਤ ਹੈ, ਸਾਰਿਆਂ ਨੇ ਪ੍ਰੇਮ ਪਿਆਰ ਦੇ ਨਾਲ ਨਗਰ ਕੀਰਤਨ ਵਿੱਚ ਭਜਨ ਬਾਣੀ ਹਰੀ ਜਸ ਕਰਦਿਆਂ ਜਾਣਾ। ਔਰ ਸਵਾਰੀਆਂ ਵਾਲਿਆਂ ਨੂੰ ਵੀ ਇਹ ਵਿਚਾਰ ਹੈ ਕਿ ਬਹੁਤਾ ਕਾਹਲੀ ਜਲਦਬਾਜ਼ੀ ਅੱਗੇ ਪਿੱਛੇ ਨਹੀਂ, ਜੋ ਨਿਯਮ ਬਣਾਇਆ ਹੈ ਪ੍ਰਬੰਧਕਾਂ ਨੇ ਉਹਦੇ ਮੁਤਾਬਕ ਹੀ ਚੱਲਣਾ। ਖਾਸ ਕਰਕੇ ਜਿਹੜੇ ਸਕੂਟਰ ਜਾਂ ਮੋਟਰਸਾਈਕਲ ਵਾਲੇ ਹੈ, ਨਿਯਮ ਵਿੱਚ ਰਹਿਣਾ ਤਾਂ ਜੋ ਸਫ਼ਰ ਲੰਮਾ, ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਜਾਂ ਕੋਈ ਬਖੇਪਤਾ, ਕੋਈ ਕਲੇਸ਼ ਆਦਿ ਨਾ ਬਣੇ। ਔਰ ਜਿਹੜਾ ਟ੍ਰੈਫਿਕ ਨਿਯਮਾਂ ਦਾ ਵੀ ਖਿਆਲ ਕਰਨਾ, ਆਪੋ ਆਪਣੀ ਸਾਈਡ 'ਤੇ ਚੱਲਣ ਦੀ ਕੋਸ਼ਿਸ਼ ਕਰਨੀ, ਕਿਉਂਕਿ ਜਿਹੜੀ ਹਰ ਰੋਜ਼ ਪਬਲਿਕ ਜਾਂਦੀ ਹੈ ਉਹਨਾਂ ਵਾਸਤੇ ਵੀ ਰੁਕਾਵਟ ਨਾ ਹੋਵੇ। ਕਈਆਂ ਨੇ ਏਅਰਪੋਰਟ 'ਤੇ ਪਹੁੰਚਣਾ ਹੁੰਦਾ ਜਾਂ ਕਈਆਂ ਦੇ ਹਸਪਤਾਲ ਮਰੀਜ਼ਾਂ ਦੇ ਜਾਣ ਆਉਣ ਦੇ ਕੇਸ ਹੁੰਦੇ ਆ। ਇਸ ਤਰ੍ਹਾਂ ਦਾ ਜਾਮ ਵਗੈਰਾ ਵਾਲਾ ਕੰਮ ਨਾ ਕਰੀਏ, ਆਪੋ ਆਪਣੇ ਪਾਸੇ ਚੱਲਦੇ ਜਾਈਏ। ਅਤੇ ਨਗਰ ਕੀਰਤਨ 'ਚ ਵੀ ਅਤੇ ਜਿਹੜੀ ਜਨਰਲ ਪਬਲਿਕ ਰੋਡ ਚੱਲਦੀ ਹੈ, ਉਹਨਾਂ ਦੇ ਵੀ ਕਿਸੇ ਕਾਰਜ ਵਿੱਚ ਰੁਕਾਵਟ ਆਦਿ ਨਾ ਬਣੇ। ਸੋ ਇਹ ਸਾਰਿਆਂ ਨੇ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦੇ ਕੇ ਧੰਨਵਾਦੀ ਬਣਾਉਣਾ। ਆਓ ਹੁਣ ਆਪਾਂ ਜਿਹੜੇ ਵਿਸ਼ੇ ਪ੍ਰਸੰਗ ਵਾਸਤੇ ਇਕੱਤਰ ਹੋਏ ਹਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਪ ਸਾਰੇ ਜਾਣਦੇ हैं, ਪੜ੍ਹੇ ਲਿਖੇ हैं ਕਿ 1526 ਬਿਕਰਮੀ ਕੱਤਕ ਦੀ ਪੁੰਨਿਆ ਬਾਹਰ ਦੇ ਇਲਾਕੇ ਜੋ ਬਟਵਾਰੇ ਨਾਲ ਅੱਜ ਸਾਡੇ ਹੱਥੋਂ ਉਹ ਸਥਾਨ ਦੂਰ ਹੋ ਚੁੱਕੇ ਹਨ। ਸ਼੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ, ਮਹਿਤਾ ਸ਼੍ਰੀ ਕਲਿਆਣ ਚੰਦਰ ਜੀ ਔਰ ਜਗਤ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਸੰਸਾਰ ਦੇ ਭਲੇ ਲਈ ਅਕਾਲ ਪੁਰਖ ਦੀ ਆਗਿਆ ਵਿੱਚ ਆਪ ਜੀ ਦਾ ਅਵਤਰਨ ਹੋਇਆ ਸੀ। ਬਾਲ ਲੀਲਾ ਦੇ ਸਾਰੇ ਕੌਤਕ ਉੱਥੇ ਹੋਏ। ਵਿਦਿਆ ਪੜ੍ਹਨ ਪੜ੍ਹਾਉਣ ਦਾ ਵੀ ਸਾਰਾ ਉੱਥੇ ਮੱਝਾਂ ਗਾਈਆਂ ਚਾਰਨ ਦੀ ਕਿਰਿਆ ਔਰ ਪੰਡਿਤ ਹਰਦਿਆਲ ਅਤੇ ਮਹਾਰਾਜ ਦੇ ਜੋ ਉਸਤਾਦ ਮੌਲਵੀ ਕੁਤਬਦੀਨ ਔਰ ਬ੍ਰਿਜ ਲਾਲ ਪੰਡਿਤ ਆਦਿਕ, ਗੋਪਾਲ ਆਦਿਕ ਅਤੇ ਵੈਦ ਅਰਦਾਸ ਸਾਧਕਾਂ 'ਤੇ ਕਿਰਪਾ ਕੀਤੀ। ਜੋ ਉਸ ਇਲਾਕੇ ਦਾ ਨਵਾਬ ਆਪਣੇ ਸ਼੍ਰੀ ਰਾਏ ਬੁਲਾਰ ਜੀ, ਉਹਨਾਂ 'ਤੇ ਬਖਸ਼ਿਸ਼ ਹੋਈ। ਦੌਲਤਾਂ ਦਾਈ ਅਤੇ ਧੰਨ ਧੰਨ ਬੇਬੇ ਨਾਨਕੀ ਜੀ ਦੇ ਉੱਤੇ ਮਹਾਨ ਬਖਸ਼ਾਂ ਹੋਈਆਂ। ਹੋਰ ਭਾਈ ਬਾਲਾ ਜੀ ਔਰ ਮਰਦਾਨਾ ਜੀ ਜੋ ਉਹਨਾਂ ਦੇ ਮੁੰਡਲੇ ਬਾਲ ਸਿਖਾਈ ਮੀਤ, ਜਿਵੇਂ ਉਹਨਾਂ ਨੇ ਸੇਵਾ ਨਿਭਾਈਆਂ, ਉਹ ਸਾਰਾ ਸਮਾਂ ਸ਼੍ਰੀ ਨਨਕਾਣਾ ਸਾਹਿਬ ਜੀ ਦੀ ਧਰਤੀ 'ਚ ਗੁਜ਼ਰਿਆ। ਇਹਨਾਂ ਦੋਹਾਂ ਸੇਵਾਦਾਰਾਂ ਨੂੰ ਲੈ ਕੇ ਸ਼੍ਰੀ ਰਾਏ ਬੁਲਾਰ ਜੀ ਔਰ ਦੌਲਤ ਖਾਨ ਲੋਧੀ, ਭਾਈਆ ਜੈ ਰਾਮ, ਬੇਬੇ ਨਾਨਕੀ ਜੀ, ਉਹਨਾਂ ਦੀ ਸਲਾਹ ਦੇ ਨਾਲ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਧਰਤੀ ਵਿੱਚ 1542 ਸੰਮਤ ਵਿੱਚ ਆਏ ਔਰ ਮੋਦੀਖਾਨੇ ਦੀ ਜੋ ਕਿਰਤ ਸੀ ਆਰੰਭ ਕੀਤੀ। ਔਰ 2 ਸਾਲ ਜਦੋਂ ਇਹ ਮੋਦੀਖਾਨਾ ਬੜੀ ਸਫਲਤਾ ਨਾਲ ਚੱਲਿਆ ਔਰ ਫਿਰ 24 ਜੇਠ 1544 ਦੇ ਵਿੱਚ ਸ਼੍ਰੀ ਗੁਰੂ ਜੀ ਦੀ
ਖਾਈਆ ਜੈਰਾਮ और बेबे नानकी जी द्वारा सो बटाला नगर पखो के रंधावे दे पटवारी बाबा मूल चंद उन्हों के घरों माता चंदो रानी के गृह विखे जोग माया माता सुलखणी जी जो उन्होंने घर प्रगट होए उन्होंने नाल गुरु साहब जी की 18 साल की उम्र विच ये शादी का समागम होया। उत्थे हुण 2 स्थानां नाल इतिहास जुड़िया है। एक तो कंध साहब के नाल है कि महाराज अपनी मौज के मालिक सी, जिथे रिश्तेदार जां होर परिवार नाल संबंधित शख्सियतां गईयां उत्थे महाराज ने जो कोई अर्थी सीगे उन्होंने भी अपना सन्मान बख्शिया और जो महाराज के सहुरा परिवार से उन्होंने ये थोड़ा घटा समझा तो कंध साहब के नीचे तरीका बनाया कि अपने इशनान पानी की क्रिया कराई जाती है। मन के अंदर भावना उन्होंने बखरे ढंग रंग दी सी ते सतगुर सच्चे पातशाह ते आप समर्थ जानी जान सन। भंडारी बोधी माता ने ये बारे गुरु महाराज नूं जानकारी दी। हजूर पातशाह कहने लगे माता जी घबराओ ना, जो अकाल पुरख का हुक्म वो सदा अटल है। ये साडे ब्याह की निशानी जो जो अटल रहेगी। अज भी जो गुरुद्वारा कंध साहब जी के नाम के स्थान का नामकरण है वो निक्की इटां की बनी हुई कंध की निशानी उस गुरु घर के अंदर मौजूद है। ते नाल ही गुरुद्वारा साहब सुहाईमान सच्चे पातशाह श्री गुरु ग्रंथ साहब महाराज प्रकाशमान हैं। दूसरा फिर बचन ऐसा होया कि भंडारी परे रहणगे, चुने चुने जाणगे। और फिर डेरा साहब जो महाराज के सहुरे परिवार का गृह है, क्योंकि अजकल हुण समा बदल गया कि आपो अपने ढंग दे नाल ब्याह शादियां दे समागम हुंदे है और उन्हां दिनां च असीं भी अपने नेत्रां नाल देखदे रहे हैं कि अगे ब्याह शादी फड़माई लावां जो भी रस्म वो सहुरे परिवार के घर विच ही होया करदी सी। ये महाराज जी के सहुरे परिवार बाबा मूल चंद जी का जो घर अज जो गुरुद्वारा साहब के रूप में सुहाईमान है, इहदा नाम गुरुद्वारा डेरा साहब है। ये महाराज सहुरियां का घर है। इस घर दे विच फिर जदों लावां दी रस्म वास्ते तैयारी की गई और जो सनातनी मत विच उस वेले चलदा सी वेदां द्वारा जां अग्नि द्वारा जां ब्राह्मण द्वारा ते वेदो भावा विप्रा जे वेद ने ते ब्राह्मण विप्रो भावा अग्नि अग दुआले फेरे कराउंदे सन। सतगुर सच्चे पातशाह संसार नूं समत देण वास्ते आए सी ते जदों जो उत्थे दे पंडित वगैरह निधादक से जो उन्होंने कुल का पुरोहित वगैरह से उन्होंने रस्म करन दी कोशिश आरंभ की। हजूर पातशाह ने कहा असीं इस ढंग दे नाल ये आनंद कारज लावां दी रस्म नहीं करांगे। जिमें जनेऊ पाउण वेले भी पंडित हरदयाल नूं महाराज ने उस वेले भी जो धर्म का जनेऊ पाउण दा दया कृपा संतोख सूत उपदेश दिता सी। इत्थे भी फिर महाराज ने ये लीला की
ਕਹਿਣ ਲੱਗੇ ਵੀ ਜਿਹੜੀ ਸਨਾਤਨ ਰੀਤੀ ਉਹ ਇਸੇ ਤਰ੍ਹਾਂ ਹੀ ਪਰੰਪਰਾਗਤ ਲੜੀਵਾਰ ਤੁਰੀ ਆਈ ਹੈ, ਅਤੇ ਤੁਸੀਂ ਇਹ ਆਨੰਦ ਕਾਰਜ ਲਾਵਾਂ ਕਿਵੇਂ ਕਰਾਓਗੇ। ਦੋਹਾਂ ਪੰਚਾਇਤਾਂ ਦੀ ਤਿਆਰੀ ਹੈ, ਸਮੱਗਰੀ ਸਾਰੀ ਤਿਆਰ ਹੈ। ਮਹਾਰਾਜ ਕਹਿਣ ਲੱਗੇ ਅਸੀਂ ਸ਼੍ਰੀ ਅਕਾਲ ਪੁਰਖ ਜੀ ਦੇ ਅਸੀਂ ਉਪਾਸਕ ਹਾਂ, ਉਹਨੂੰ ਸਾਖੀ ਜਾਣ ਕੇ ਫਿਰ ਇਹ ਲਾਵਾਂ ਦੀ ਜਿਹੜੀ ਰਸਮ ਹੈ ਇਹ ਕਰਾਂਗੇ। ਸੋ ਫਿਰ ਸਾਧ ਸੰਗਤ ਜੀ ਇੱਕ ਚੌਂਕੀ ਦੇ ਉੱਤੇ ਮਹਾਰਾਜ ਨੇ ਪਰਮਾਤਮਾ ਦਾ ਜੋ ਨਾਂ ਸੀ ਉਹ ਲਿਖ ਕੇ ਰੱਖਿਆ। ਪਰਮਾਤਮਾ ਨੂੰ ਸਾਖੀ ਜਾਣ ਕੇ ਫਿਰ ਮਹਾਰਾਜ ਨੇ ਦਾਵਾਂ ਦੀ ਰਸਮ ਕੀਤੀ ਹੈ। ਉਂਝ ਗੁਰੂ ਨਾਨਕ ਸਾਹਿਬ ਨੇ ਜੋ ਭਾਈ ਬਾਲਾ ਜੀ ਦੀ ਪੁਰਾਤਨ ਜਨਮ ਸਾਖੀ ਹੈ, ਉਹਦੇ ਵਿੱਚ 4 ਲਾਵਾਂ ਦਾ ਉਚਾਰਨ ਹੋਇਆ, ਉਹ ਵੀ ਮਿਲਦੀ ਹੈ। ਸੋ ਇੱਥੇ ਫਿਰ ਇਹ ਡੇਰਾ ਸਾਹਿਬ ਜੋ ਸਥਾਨ ਹੈ, ਇਸ ਸਥਾਨ ਦੇ ਉੱਤੇ ਇਹ ਵਿਆਹ ਦੀ ਜਿਹੜੀ ਪ੍ਰਕਿਰਿਆ ਸੀ ਇਹ ਸੰਪੂਰਨ ਹੋਈ ਹੈ। ਸੋ ਕੁਝ ਸਾਲ ਪਹਿਲਾਂ ਤੇ ਬਟਾਲੇ ਵਾਲੀ ਸੰਗਤ ਵੀ ਉੱਥੇ ਕਰਦੀ ਕਰਾਉਂਦੀ ਸੀ, ਫਿਰ ਉਹਨਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ, ਉਤਸ਼ਾਹ ਦਿੱਤਾ, ਅਤੇ ਉਹ ਚੌਂਕੀ ਦੇ ਰੂਪ ਵਿੱਚ ਫਿਰ ਇੱਥੇ ਆਉਣ ਲੱਗ ਪਏ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਵੀ ਵਿਚਾਰ ਕਰਕੇ ਇਸ ਪੁਰਬ ਨੂੰ ਪੰਥਕ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ, ਔਰ ਬਟਾਲੇ ਦੀ ਸੰਗਤ ਔਰ ਸੁਲਤਾਨਪੁਰ ਲੋਧੀ ਦੀ ਸੰਗਤ ਸਾਰਿਆਂ ਨੇ ਫਿਰ ਰਲ ਮਿਲ ਕੇ ਇਹ ਨਗਰ ਕੀਰਤਨ ਦੀ ਆਰੰਭਤਾ ਦੇ ਸਮਾਗਮ ਕੀਤੇ। ਪਿਛਲੇ ਸਾਲਾਂ 'ਚ ਫਿਰ 2 ਸਾਲ ਇਹ ਕੋਵਿਡ ਹੋਣ ਕਰਕੇ ਭਾਵੇਂ ਗੁਰੂ ਘਰਾਂ 'ਚ ਤਾਂ ਸਮਾਗਮ ਹੋਏ, ਪਰ ਜਿਹੜਾ ਵਿਸਥਾਰ ਪੂਰਵਕ ਸੀ ਉਹਨਾਂ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਫਿਰ ਸੰਕੋਚ ਕੀਤਾ ਗਿਆ ਸੀ। ਹੁਣ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਐਤਕੀ ਦੇ ਮੈਨੇਜਰ ਸਾਹਿਬ, ਸਾਰੇ ਪ੍ਰਬੰਧਕ ਔਰ ਸੇਵਾਦਾਰ ਸੰਗਤਾਂ ਨੇ ਦੀਵਾਨ ਹਾਲ ਵੀ ਅਤੇ ਗੁਰੂ ਘਰ ਵੀ ਬਹੁਤ ਰੀਝ ਦੇ ਨਾਲ ਸਜਾਵਟ ਕੀਤੀ ਹੈ, ਔਰ ਮਹਾਰਾਜ ਦੀ ਪਾਲਕੀ ਸਾਹਿਬ ਵੀ ਹਰ ਤਰ੍ਹਾਂ ਬੜੀ ਕੁਸ਼ਲਤਾ ਭਰਪੂਰ ਇਹ ਸਾਰਾ ਪ੍ਰਧਾਨ ਸਾਹਿਬ ਸੋ ਸਰਦਾਰ ਧਾਮੀ ਸਾਹਿਬ ਜੀ, ਉਹਨਾਂ ਦੀ ਪ੍ਰੇਰਨਾ ਔਰ ਮੈਨੇਜਰ ਸਾਹਿਬ ਸਾਰੇ ਸੇਵਾਦਾਰਾਂ ਨੇ ਬੜੇ ਉਤਸ਼ਾਹ ਦੇ ਨਾਲ ਇਹ ਸਮਾਗਮ ਪੂਰੀ ਤਰ੍ਹਾਂ ਇਸ ਵੇਲੇ ਤਿਆਰੀ ਵਿੱਚ ਹੈ, ਅਤੇ ਸਮਾਂ ਬੜਾ ਸੀਮਤ ਹੈ, ਕਿਉਂਕਿ ਐਤਕੀ ਫਿਰ ਸਫ਼ਰ ਵੀ ਲੰਮਾ ਹੁੰਦਾ, ਖਾਸ ਕਰਕੇ ਬਟਾਲੇ ਜ਼ਿਲ੍ਹੇ ਮਾਰੇ ਸਵਾਰੀ ਜਾਂਦੀ ਹੈ। ਸ਼ਹਿਰ ਵੱਡਾ ਅਤੇ ਇਲਾਕੇ 'ਚੋਂ ਵੀ ਰਸ਼ ਬਹੁਤ ਹੋ ਜਾਂਦਾ ਹੈ, ਤੁਰਨਾ ਬੜਾ ਮੁਸ਼ਕਿਲ ਹੁੰਦਾ, ਕਿਉਂਕਿ ਬੜਾ ਸੰਗਤਾਂ ਦੇਰੀ ਨਾਲ ਸਤਿਕਰਤਾਰੇ ਗੁਰਦੁਆਰੇ ਪਹੁੰਚਦੀਆਂ, ਕਈ ਵਿੱਚ ਮੁਲਾਜ਼ਮ ਵਿਦਿਆਰਥੀ ਵੀ ਹੁੰਦੇ ਆ, ਫਿਰ ਬਹੁਤਾ ਹਵੇਰਾ ਹੋਣ ਕਰਕੇ ਆਉਣਾ ਅਤੇ ਸਵੇਰੇ ਆਪੋ ਆਪਣੀਆਂ ਸੇਵਾਵਾਂ ਜਾਣਾ, ਅਤੇ ਬੜਾ ਵਿਘਨ ਸੀ। ਅਤੇ ਐਤਕੀ ਫਿਰ ਥੋੜ੍ਹਾ ਆਰੰਭਤਾ ਜਿਹੜੀ ਕੁਝ ਪਹਿਲਾਂ ਕੀਤੀ ਜਾ ਰਹੀ ਹੈ। ਇਹ ਸਾਰਾ ਸਮਾਗਮ ਇਹ ਸਮੇਂ ਨਾਲ ਹੀ ਸੰਪੰਨ ਹੋਵੇ। ਸੋ ਮਹਾਰਾਜ ਦਾ ਇਹ ਇਤਿਹਾਸ ਔਰ 1544 ਦੇ ਵਿੱਚ ਮਤਲਬ ਵਿਆਹ ਪੁਰਬ ਦੀ ਸਾਰੀ ਰਸਮ ਹੋਈ ਹੈ, ਔਰ 1551 ਔਰ 53 ਵਿੱਚ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਦਾ ਅਵਤਰਣ ਹੋਇਆ, ਔਰ 1554 ਦੇ ਵਿੱਚ ਫਿਰ ਮਹਾਰਾਜ ਨੇ ਪਹਿਲੀ ਉਦਾਸੀ ਜਿਹੜੀ ਹੈ ਉਹ ਆਰੰਭ ਕੀਤੀ ਹੈ। ਭਾਈ ਲਾਲੋ ਜਾਂ ਏਮਨਾਬਾਦ ਜਿਵੇਂ ਗਏ, ਮਲਕ ਭਾਗੋ ਆਦਿਕਾਂ ਦਾ ਹੰਕਾਰ ਤੋੜਿਆ, ਬਾਬਰ ਜਾਬਰ ਨੂੰ ਸਮੱਤ ਦੇ ਕੇ ਨੇਕ ਰਸਤੇ ਚਲਾਇਆ। ਇਹ ਸਾਰੇ
ਪ੍ਰਸੰਗ ਇਤਿਹਾਸ ਵਿੱਚ ਆਪ ਸੁਣਦੇ ਸੁਣਾਉਂਦੇ ਹੀ ਰਹਿੰਦੇ ਹਾਂ। ਸੋ ਆਓ ਸਮੇਂ ਦੇ ਨਾਲ ਗੁਰ ਸ਼ਬਦ ਦੀ ਸੰਖੇਪ ਵਿਚਾਰ ਸਰਵਣ ਕਰੀਏ। ਔਰ ਹੈਡ ਗ੍ਰੰਥੀ ਸਾਹਿਬ ਪੰਜ ਪਿਆਰੇ ਜਿਹੜੇ ਜਿਨ੍ਹਾਂ ਦੀ ਅਗਵਾਈ 'ਚ ਇਹ ਨਗਰ ਚੱਲਣਾ, ਉਹ ਪੂਰੀ ਤਰ੍ਹਾਂ ਆਪਣੇ ਤਿਆਰ ਹੋ ਕੇ ਜਾਂ ਪ੍ਰਬੰਧਕ ਵੀ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਣ, ਕਿਉਂਕਿ ਫਿਰ ਉਡੀਕ ਕਰਦੇ ਹਾਂ ਕਿ ਨਹੀਂ ਆਏ ਜਾਂ ਇਸ ਤਰ੍ਹਾਂ ਹੈ, ਦੇਰੀ ਨਾ ਹੋਵੇ। ਜਿਵੇਂ ਪ੍ਰੋਗਰਾਮ ਬਣਾਇਆ ਪੂਰੇ ਐਗਜੈਕਟ ਸਮੇਂ ਦੇ ਨਾਲ ਹੀ ਆਰੰਭਤਾ ਕੀਤੀ ਜਾ ਸਕੇ। ਪੜ੍ਹੋ ਗਿਆਨੀ ਜੀ ਸ਼ਬਦ। ਵਾਹਿਗੁਰੂ ਜੀ। ਧਨਾਸਰੀ ਮਹੱਲਾ ਤੀਜਾ। ਧਨਾਸਰੀ ਰਾਗ ਦੀ ਬਾਣੀ ਤੀਜੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਖਾਚਾ ਧਨ ਸੰਚਹਿ ਮੂਰਖ ਗਾਵਾਰ। ਇਹ ਮੂਰਖ ਔਰ ਗਵਾਰ, ਕਿਉਂਕਿ ਜੇ ਕੋ ਆਖਿਆ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾਂ ਗਵਾਰ। ਮਹਾਨ ਮੂਰਖ ਜਿਹੜਾ ਉਹ ਕੱਚਾ ਧਨ ਸੰਚੈ ਇਕੱਠਾ ਕਰਨ 'ਚ ਲੱਗਿਆ ਹੋਇਆ ਹੈ। ਮਨ ਮੁਖ ਭੂਲੇ ਅੰਧ ਗਾਵਾਰ। ਮਨੁੱਖ ਜਿਹੜੇ ਬੁੱਧੀ ਦੇ ਅੰਨੇ ਹੈ, ਉਹ ਗਵਾਰ ਤੇ ਮਨੁੱਖ ਦੇ ਕਿਵੇਂ ਮਿਲੀ ਹੈ। ਇਹ ਨਾਮ ਰੂਪੀ ਧਨ ਇਕੱਠਾ ਕਰਨਾ, ਇੱਧਰ ਧਿਆਨ ਨਹੀਂ ਦਿੰਦੇ, ਕਿਸੇ ਭੁੱਲ ਭੁਲਈਏ ਵਿੱਚ ਹੀ ਵਿਚਰ ਰਹੇ ਹਨ। ਵਿਖਿਆ ਕੈ ਧਨ ਸਦਾ ਦੁਖ ਹੋਏ। ਕਿਹਾ ਜਦ ਤੱਕ ਪ੍ਰਾਰਬਧ ਆ, ਇਸ ਧਨ ਦੀ ਵੀ ਲੋੜ ਆ। ਤੇ ਜੇ ਸਾਰਾ ਜੀਵਨ ਇੱਧਰੇ ਲਾਇਆ ਜਾਏ, ਸਤਸੰਗ ਨਾ ਕੀਤਾ ਜਾਏ, ਨਾਮ ਬਾਣੀ ਸੇਵਾ ਸਿਮਰਨ ਅਭਿਆਸ ਨਾ ਕੀਤਾ ਜਾਏ, ਇਹਦਾ ਜੀਵਨ ਹੀ ਵਿਅਰਥ ਹੋ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਪੜ੍ਹੋ। ਵਿਖਿਆ ਕੈ ਧਨ ਸਦਾ ਦੁਖ ਹੋਏ। ਜਿਹੜਾ ਜ਼ਹਿਰ ਰੂਪੀ ਧਨ ਜਾਇਜ਼ ਨਜਾਇਜ਼ ਢੰਗ ਨਾਲ ਕਮਾਇਆ ਹੋਇਆ, ਇਹਦੇ ਨਾਲ ਸਦਾ ਦੁੱਖ, ਪਰਿਵਾਰ ਵਾਸਤੇ ਵੀ ਕਲੇਸ਼ ਹੀ ਪੈਦਾ ਹੁੰਦਾ ਹੈ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਬਾਕੀ ਰਹੀ ਗੱਲ, ਜਿੰਨੀ ਇੱਛਾ ਉਨਾ ਪ੍ਰਾਪਤ ਵੀ ਨਹੀਂ ਹੁੰਦਾ, ਤੇ ਮਰਨ ਤੋਂ ਬਾਅਦ ਜਿਹੜਾ ਪ੍ਰਾਪਤ ਹੋਇਆ ਉਹ ਨਾਲ ਨਹੀਂ ਜਾਂਦਾ। ਨੰਗਾ ਹੀ ਆਇਆ ਸੀ, ਨੰਗਾ ਹੀ ਤੁਰ ਜਾਂਦਾ ਹੈ। ਸਾਚਾ ਧਨ ਗੁਰਮਤਿ ਪਾਏ। ਇਹ ਸੱਚਾ ਨਾਮ ਰੂਪੀ ਧਨ ਗੁਰੂ ਦੀ ਮੱਤ ਸਿੱਖਿਆ ਗ੍ਰਹਿਣ ਕਰਨੇ ਨਾਲ ਫਿਰ ਪ੍ਰਾਪਤ ਹੁੰਦਾ ਹੈ। ਕਾਚਾ ਧਨ ਪੁਨ ਆਵੈ ਜਾਏ। ਇਹ ਜਿਹੜਾ ਕੱਚਾ ਧਨ ਪੁਨ ਫੇਰ ਆਉਂਦਾ ਤੇ ਜਾਂਦਾ, ਜਿਵੇਂ ਦਰਖਤ ਦੀ ਛਾਂ ਟਿਕਦੀ ਨਹੀਂ ਨਾ, ਇਸ ਤਰ੍ਹਾਂ ਹੀ ਹੈ। ਮਾਇਆ ਕਿਤੇ ਅਮੀਰ ਬਣਾਉਂਦੀ, ਕਿਤੇ ਗਰੀਬ ਬਣਾ ਦਿੰਦੀ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਮਿਹਰ ਕਰਦੇ ਹਨ। ਮਨ ਮੁਖ ਭੂਲੇ ਸਭ ਮਰਹਿ ਗਵਾਰ। ਇਹਨਾਂ ਭੁੱਲਾਂ ਵਿੱਚ ਪਏ ਹੋਏ ਗਵਾਰ ਇਸ ਤਰ੍ਹਾਂ ਜੰਮਣ ਮਰਨ ਦੇ ਚੱਕਰ 'ਚ ਪਏ ਰਹਿੰਦੇ ਹਨ। ਭਵ ਜਲ ਡੂਬੇ ਨਾ ਉਰਵਾਰ ਨਾ ਪਾਰ। ਜਿਹੜਾ ਪੈਦਾ ਸੰਸਾਰ ਸਾਗਰ ਵਿਸ਼ੇ ਵਿਕਾਰਾਂ ਦੇ ਜਲ ਵਿੱਚ ਡੁੱਬਦੇ ਆ, ਨਾ ਇਹਨਾਂ ਨੂੰ ਉਰਲਾ ਕਿਨਾਰਾ ਇਸ ਲੋਕ ਵਿੱਚ ਨਾ ਪਰਲੋਕ 'ਚ ਢੋਈ ਮਿਲਦੀ ਹੈ। ਸਤਿਗੁਰ ਭੇਟੇ ਪੂਰਾ ਭਾਗ। ਪੂਰੇ ਭਾਗਾਂ ਨਾਲ ਸਤਿਗੁਰ ਸੱਚੇ ਪਾਤਸ਼ਾਹ ਭੇਟੇ ਪ੍ਰਾਪਤ ਹੁੰਦੇ, ਮਿਲਾਪ ਪ੍ਰਾਪਤ ਹੁੰਦਾ ਹੈ। ਸਾਜ ਰਤੇ ਅਹਨਿਸ ਬੈਰਾਗ। ਸੱਚ ਦੇ ਨਾਲ ਆਪਣੇ ਮਨ ਨੂੰ ਰੰਗ ਲਿਆ। ਅਹਨਿਸ ਦਿਨ ਰਾਤ ਉਹਨਾਂ ਦੇ ਮਨ ਵਿੱਚ ਬਰਾਗ ਦੀ ਅਵਸਥਾ ਬਣੀ ਰਹਿੰਦੀ ਹੈ। ਚਾਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ। ਇਹ ਜਿਹੜੀ ਅੰਮ੍ਰਿਤ ਰੂਪ ਸੱਚੀ ਬਾਣੀ ਹੈ, ਇਹ ਚੌਹਾਂ ਯੁਗਾਂ ਵਿੱਚ ਸਦਾ ਹੀ ਕਾਇਮ ਰਹਿਣ ਵਾਲੀ ਹੈ। ਪੂਰਾ ਭਾਗ ਹਰ ਨਾਮ ਸਮਾਣੀ। ਪੂਰੇ ਭਾਗਾਂ ਵਾਲੇ ਜਿਹੜੇ ਹੈ ਨਾਮ ਦੀ ਕਮਾਈ ਕਰਦੇ, ਉਹਨਾਂ ਦੇ ਹਿਰਦੇ 'ਚ ਗੁਰਬਾਣੀ ਦਾ ਉਪਦੇਸ਼ ਸਮਾਉਂਦਾ ਘਰ ਕਰਦਾ ਹੈ। ਸਿੱਧ ਸਾਧਿਕ ਤਰਸਹਿ ਸਭ ਲੋਏ। ਇਹ ਬਖਸ਼ਣ ਨੂੰ ਸਿੱਧੀਆਂ ਵਾਲੇ ਸਿੱਧ ਵੀ, ਸਾਧਕ ਸਾਧਨਾ ਕਰਨ ਵਾਲੇ ਉਹ ਵੀ ਤਰਸਦੇ ਹਨ। ਪੂਰਾ ਭਾਗ ਪ੍ਰਾਪਤ ਹੋਏ। ਜਿਨ੍ਹਾਂ ਦੇ ਭਾਗ ਪੂਰੇ ਆ, ਸ੍ਰੇਸ਼ਟ ਆ,
ਉਹਨਾਂ ਨੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸਭ ਕਿਛ ਸਾਚਾ ਸਾਚਾ ਹੈ ਸੋਏ। ਜਿਹੜੇ ਆਤਮਾ ਗਿਆਨੀ ਉਹਨਾਂ ਲਈ ਸਾਰਾ ਕੁਝ ਸੱਚਾ, ਕਿਉਂ ਸੱਚੇ ਦੀ ਸੱਚੀ ਸੋਭਾ ਇਹਦੇ ਵਿੱਚ ਉਹ ਲੱਗੇ ਰਹਿੰਦੇ ਹਨ। ਊਤਮ ਬ੍ਰਹਮ ਪਛਾਣੈ ਕੋਇ। ਉੱਤਮ ਜਿਹੜਾ ਸ੍ਰੇਸ਼ਟ ਬ੍ਰਹਮ ਉੱਤਮ ਹਿਰਦੇ ਵਾਲੇ ਨੂੰ ਜਾਣਕਾਰੀ ਔਰ ਪਛਾਣ ਹੁੰਦੀ ਹੈ। ਸੱਚ ਸਾਚਾ ਸੱਚ ਆਪ ਦ੍ਰਿੜਾਏ। ਉਹ ਵਾਹਿਗੁਰੂ ਸੱਚਾ ਹੈ, ਸੱਚ ਸਰੂਪੀ ਪਰਮੇਸ਼ਰ ਦੀ ਬਾਣੀ ਤੇ ਗੁਰੂ ਸੱਚਾ ਉਹਨਾਂ ਨੂੰ ਦ੍ਰਿੜ ਪੱਕਾ ਵਿਸ਼ਵਾਸ ਕਰਵਾ ਦਿੰਦਾ ਹੈ। ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਮਹਾਰਾਜ ਕਹਿੰਦੇ ਆਪੇ ਸ੍ਰਿਸ਼ਟੀ ਦੀ ਸਿਰਜਣਾ ਕਰਕੇ ਸਾਰੇ ਜੀਵਾਂ ਦੀ ਕਿਰਿਆ ਨੂੰ ਦੇਖਦਾ, ਜਿਨ੍ਹਾਂ ਤੇ ਮਿਹਰ ਕਰਦਾ ਹੈ ਉਹਨਾਂ ਨੂੰ ਨਾਮ ਜਪਣ ਇਹ ਸੱਚ ਦੀ ਕਮਾਈ ਵਿੱਚ ਲਾ ਦਿੰਦੇ ਹਨ। ਸੋ ਨਿਸ਼ਚਿਤ ਸਮੇਂ ਦੇ ਅਨੁਸਾਰ ਆਏ ਹੋਏ ਗੁਰ ਸ਼ਬਦ ਦੀ ਵਿਚਾਰ ਜਿਹੜੀ ਸੰਪੂਰਨ ਕੀਤੀ ਹੈ। ਪੰਜ ਪਿਆਰੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ ਅਤੇ ਮੈਨੇਜਰ ਸਾਹਿਬ ਜੀ, ਹੈਡ ਗ੍ਰੰਥੀ ਸਾਹਿਬ, ਸੋ ਜੋ ਅਗਲਾ ਜਿਸ ਢੰਗ ਨਾਲ ਇਹ ਸਾਰਾ ਸਮਾਗਮ ਲਿਖਿਆ ਗਿਆ ਉਹਦੇ ਮੁਤਾਬਕ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਪਾਤਸ਼ਾਹ ਦੇ ਸਰੂਪ ਪਾਲਕੀ ਸਾਹਿਬ ਵਿੱਚ ਸੁਭਾਏਮਾਨ ਕਰਕੇ ਫਿਰ ਗੁਰੂ ਘਰ ਜੋ ਨਗਾਰਾ ਵਜਾ ਕੇ ਸ਼ਰਧਾ ਭਗਤੀ ਦੇ ਨਾਲ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਏ। ਐਤਕੀ ਥੋੜ੍ਹੀ ਤਬਦੀਲੀ ਇਹ ਵੀ ਕੀਤੀ ਹੈ, ਅੱਗੇ ਪੰਜ ਪਿਆਰੇ ਪੈਦਲ ਜਾਂਦੇ ਸੀ, ਤਕਰੀਬਨ ਬੇਈ ਦਾ ਜੋ ਪਰਲਾ ਫੋਲਿਆ ਉਹ ਟਾਈਮ ਇੱਥੇ ਹੀ ਬਹੁਤ ਲੱਗ ਜਾਂਦਾ ਸੀ। ਐਤਕੀ ਪ੍ਰੋਗਰਾਮ ਬਣਾਇਆ ਕਿ ਉਹ ਸਵਾਰੀ ਵਿੱਚ ਹੀ ਜਾਣ, ਕਿ ਸਮਾਂ ਜਿਹੜਾ ਉਹ ਉਹਦੀ ਬਚਤ ਕੀਤੀ ਜਾਏ ਤਾਂ ਜੋ ਅੱਗੇ ਸਮੇਂ ਨਾਲ ਪਹੁੰਚਿਆ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਔਰ ਆਈ ਹੋਈ ਬਟਾਲੇ ਦੀ ਸੰਗਤ, ਉੱਥੋਂ ਦੇ ਪ੍ਰਬੰਧਕ ਸੇਵਾਦਾਰ, ਸਾਰੀਆਂ ਜਥੇਬੰਦੀਆਂ ਦੇ ਸੇਵਾਦਾਰ, ਇੱਥੋਂ ਦੀ ਸੰਗਤ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸਾਹਿਬ ਜੀ, ਸਾਰੇ ਪ੍ਰਬੰਧਕ, ਸਾਰਿਆਂ ਦਾ ਹੀ ਧੰਨਵਾਦ ਹੈ। ਜਿਸ ਤਰ੍ਹਾਂ ਮਹਾਰਾਜ ਨੇ ਇਹ ਦੋਵਾਂ ਨਗਰਾਂ ਦੀ ਸੰਗਤ ਦਾ ਪਿਆਰ ਜੋੜ ਮੇਲਾ ਬਣਾਇਆ, ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ ਬਣਿਆ ਰਹੇ ਇਹ ਸਮਾਗਮ ਇਸੇ ਤਰ੍ਹਾਂ ਸ਼ਰਧਾ ਭਗਤੀ ਦੇ ਨਾਲ। ਹਾਂਜੀ, ਅੱਛਾ, ਉਹ ਇਸੇ ਤਰ੍ਹਾਂ ਹੀ ਫਿਰ ਇਹ ਸਮਾਗਮ ਚੱਲਦੇ ਰਹਿਣ। ਸੋ ਮੈਂ ਪੁੱਛਿਆ ਸੀ ਵੀ ਪ੍ਰਧਾਨ ਸਾਹਿਬ ਉਹ ਵੀ ਸਮੇਂ ਨਾਲ ਪਹੁੰਚ ਰਹੇ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਪ੍ਰਧਾਨ ਸਾਹਿਬ ਵੀ ਮਹਾਰਾਜ ਨੇ ਇਹ ਦੁਆਬੇ ਦੀ ਧਰਤੀ ਨੂੰ ਮਾਣ ਮਿਲਿਆ। ਇੰਨੇ ਪੜ੍ਹੇ ਲਿਖੇ ਪ੍ਰਧਾਨ ਵੀ ਬਹੁਤ ਘੱਟ ਮਿਲਦੇ ਆ ਔਰ ਬੜੇ ਠੰਡੇ ਔਰ ਨਿਮਰਤਾਵਾਨ ਹੈ, ਬੜੀ ਗੰਭੀਰ ਸੋਚ ਵਾਲੇ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ। ਗੁਰਸਿੱਖਾਂ ਦੇ ਅੰਦਰ ਇਸੇ ਤਰ੍ਹਾਂ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕੱਲ੍ਹ ਦੇਖੋ ਇਸ ਵੇਲੇ ਤਖਤ ਕੇਸਗੜ੍ਹ ਸਾਹਿਬ ਵਿਖੇ ਕਥਾ ਪ੍ਰਸੰਗ ਚੱਲ ਰਹੇ ਸੀ ਅੰਮ੍ਰਿਤ ਵੇਲੇ, ਅਤੇ ਸਿੰਘ ਸਾਹਿਬ, ਸਾਰੀਆਂ ਸੰਗਤਾਂ। ਸੋ ਇਹ ਮਹਾਰਾਜ ਦੀ ਬਖਸ਼ਿਸ਼ ਦੇ ਨਾਲ, ਸਾਰਾ ਉਹਨਾਂ ਦੀ ਕਿਰਪਾ ਨਾਲ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਇਹ ਸਾਨੂੰ ਰਸਮਾਂ ਜਿਹੜੀਆਂ ਉਹ ਆਪ ਆਪਣੇ ਦੇ ਕਰਕੇ ਦਿਖਾਈਆਂ। ਇਹ ਸਮਾਗਮ ਮਨਾਉਣ ਦਾ ਮੂਲ ਪ੍ਰਯੋਜਨ ਕੀ ਹੈ ਕਿ ਆਪਾਂ ਗੁਰਮਤਿ ਦੀ ਸੇਧ ਲੈ ਕੇ ਉਹਦੇ ਮੁਤਾਬਕ ਵਿਆਹ ਪੁਰਬ ਗ੍ਰਸਤੀਆਂ ਨੂੰ ਕਰਨੇ ਚਾਹੀਦੇ ਆ। ਅੱਜ ਕੱਲ੍ਹ ਹੁਣ ਲਾਵਾਂ 'ਤੇ ਕਈ ਵਾਰੀ ਗੁਰਦੁਆਰਾ ਸਾਹਿਬ ਕਰ ਲੈਂਦੇ ਆ, ਅਤੇ ਉਸ ਵੇਲੇ ਕਈਆਂ ਨੇ ਨਸ਼ੇ ਪੱਤੇ ਵੀ
ਵਰਤੇ ਹੁੰਦੇ ਆ। ਔਰ ਫਿਰ ਉੱਧਰ ਕਈ ਵਾਰੀ ਆਪਣੇ ਜਿਹੜੇ ਸਹੁਰੇ ਪਰਿਵਾਰ ਵਾਲੇ ਉਹ ਪ੍ਰਾਹੁਣੇ ਦੇ ਸਹਿਤ ਹਾਜ਼ਰ ਹੋ ਜਾਂਦੇ ਆ ਅਤੇ ਹਾਲੇ ਬੀਬੀ ਦੀ ਤਿਆਰੀ ਨਹੀਂ ਹੋਈ। ਉਹ ਫਿਰ ਆ ਜਿਹੜੇ ਬਿਊਟੀ ਪਾਰਲਰ ਵਾਲੇ ਆ ਇਹ ਕਿੰਨਾ ਟਾਈਮ ਲਾਉਂਦੇ ਆ ਅਤੇ ਗ੍ਰੰਥੀ ਸਿੰਘ, ਰਾਗੀ ਸਿੰਘ ਜਾਂ ਦੋਏ ਪੰਚਾਇਤਾਂ ਬੈਠੀਆਂ ਰਹਿੰਦੀਆਂ। ਕੋਈ ਇਸ ਤਰ੍ਹਾਂ ਨਹੀਂ ਆਪਾਂ ਇਹ ਗਲਤ ਜਿਹੀਆਂ ਪਾਰਟੀਆਂ ਪਾ ਲਈਆਂ। ਫਿਰ ਬੜਾ ਗਲਤ ਰਿਵਾਜ਼ ਚੱਲਿਆ ਹੋਇਆ ਉਹ ਲੜਕੀਆਂ ਦੇ ਰਵੱਟੇ ਵਗੈਰਾ ਜਾਂ ਹੋਰ ਰੂਮਾਂ ਦੀ ਬੇਅਦਬੀ ਕਰਕੇ ਜਾਂ ਲਹਿੰਗੇ ਸ਼ਹਿੰਗੇ ਜਾਂ ਜਿਹੜੇ ਆ ਬੜੇ ਅਸੱਭ ਜਿਹੇ ਕੱਪੜੇ ਪਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਸਮੇਂ ਪਹੁੰਚਦੇ ਆ। ਇਹ ਸਾਰੀਆਂ ਰਸਮਾਂ ਜਿਹੜੀਆਂ ਉਹ ਬੜਾ ਗਲਤ ਰੂਪ ਜਿਹੜਾ ਧਾਰ ਚੁੱਕੀਆਂ। ਹੁਣ ਵਿਆਹ ਤੋਂ ਕੁਝ ਸਦੀਆਂ ਪਹਿਲਾਂ ਇਹ ਰਸਮ ਹੋਈ। ਹੁਣ ਇਹ ਪੁਰਬ ਮਨਾਉਣ ਦਾ ਪ੍ਰਯੋਜਨ ਤਾਂ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਵਿਆਹ ਸਮੇਂ ਕਿਸ ਤਰ੍ਹਾਂ ਸਮੱਤ ਦਿੱਤੀ ਸੀ, ਕਿਸ ਢੰਗ ਦੇ ਨਾਲ ਇਹ ਲਾਵਾਂ ਆਨੰਦ ਕਾਰਜ ਦੀ ਰਸਮ ਹੋਈ। ਇਹ ਇਤਿਹਾਸ ਸੁਣਾਉਣਾ ਜਾਂ ਸੁਣਨਾ ਇਹਦਾ ਮੂਲ ਪ੍ਰਯੋਜਨ ਕੀ ਹੈ ਕਿ ਅਸੀਂ ਇਹ ਜਿਹੜੀਆਂ ਸਾਡੀਆਂ ਦਾਜ ਦਹੇਜ ਦੇਣੇ ਜਾਂ ਇਹ ਗਲਤ ਢੰਗ ਦੇ ਨਾਲ ਜੋ ਰਸਮਾਂ ਕਰਦੇ ਹਾਂ, ਫਿਰ ਨਜਾਇਜ਼ ਖਰਚੇ ਕਰਦੇ ਹਾਂ, ਫਿਰ ਮਾਸ ਮਦਰਾ ਅਤੇ ਗਲਤ ਢੰਗ ਦੇ ਨਾਲ ਕਈ ਜਗ੍ਹਾ ਗੋਲੀਆਂ ਤੱਕ ਵੀ ਚੱਲ ਚੁੱਕੀਆਂ, ਅਖਬਾਰਾਂ 'ਚ ਆਉਂਦਾ ਰਹਿੰਦਾ। ਉਹ ਕਿਉਂ ਹੋ ਰਿਹਾ? ਕਾਰਨ ਇਹ ਹੈ ਕਿ ਅਸੀਂ ਮਹਾਰਾਜ ਦੇ ਇਤਿਹਾਸ ਤੋਂ ਸੇਧ ਨਹੀਂ ਲੈਂਦੇ ਕਿ ਮਹਾਰਾਜ ਨੇ ਇਹ ਵਿਆਹ ਕੁਰਬਾਨ ਦੇ ਉੱਤੇ ਆਪ ਸਾਰੀਆਂ ਰਸਮਾਂ ਮਰਜ਼ਾਦਾ ਬਣਾਈਆਂ ਔਰ ਸੋਝੀ ਦਿੱਤੀ। ਹੁਣ ਅਸੀਂ ਉਹ ਜਿਹੜਾ ਇਤਿਹਾਸ ਨਾ ਤਾਂ ਪੜ੍ਹਦੇ ਹਾਂ ਨਾ ਸੁਣਦੇ ਹਾਂ। ਜੇ ਤਾਂ ਪੜ੍ਹੀਏ ਸੁਣੀਏ ਪਤਾ ਲੱਗੇ ਕਿ ਮਹਾਰਾਜ ਨੇ ਕਿਸ ਢੰਗ ਨਾਲ ਗੁਰੂ ਘਰ ਦੇ ਵਿੱਚ ਵਿਆਹ ਹੋਏ, ਗਾਂ ਉਹਨਾਂ ਦੇ ਬੱਚੇ ਬੱਚੀਆਂ ਦੇ ਸਾਹਿਬਜ਼ਾਦਿਆਂ ਦੇ ਵਿਆਹ ਹੋਏ, ਕਿਹੜੇ ਢੰਗ ਨਾਲ ਕੀਤੇ ਆ। ਹੁਣ ਦੇਖੋ ਬੀਬੀ ਬੀਰੋ ਜੀ ਦੀ ਸ਼ਾਦੀ ਹੋਈ, ਉਸ ਵੇਲੇ ਸ਼ਾਦਸ਼ਾਹ ਦੀਆਂ ਫੌਜਾਂ 9000 ਹਮਲਾ ਕਰਨ ਲਈ ਚੜ੍ਹਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਸਜੇ ਆ ਅਤੇ ਉੱਧਰ ਸੰਗਤ ਆਈ। ਕਹਿੰਦੇ ਸੰਗਤ ਨੂੰ ਲੰਗਰ ਛਕਾਓ। ਕਹਿੰਦੇ ਮਹਾਰਾਜ ਸੰਗਤ ਦੀ ਆਮਦੋ ਰਫਤ ਬਹੁਤ ਰਹੀ। ਇੱਕ ਵਿਆਹ ਦਾ ਸਮਾਗਮ ਸੀ, ਰਿਸ਼ਤੇਦਾਰੀਆਂ ਸੰਗਤ ਦਾ, ਅਤੇ ਪ੍ਰਸ਼ਾਦਾ ਤਿਆਰ ਕਰਨ ਲਈ ਥੋੜ੍ਹਾ ਸਮਾਂ ਦੇਣਾ ਪਏਗਾ। ਮਹਾਰਾਜ ਕਹਿੰਦੇ ਮਠਿਆਈਆਂ ਜੋ ਬਣੀਆਂ ਉਹ ਛਕਾਓ। ਜਦੋਂ ਸੇਵਾਦਾਰਾਂ ਨੇ ਬੇਨਤੀ ਕੀਤੀ, ਮਾਤਾ ਦਮੋਦਰੀ ਜੀ ਨੇ ਕਿਤੇ ਬਚਨ ਕਰਤਾ, ਇਹ ਸਗਨਾਂ ਦੀ ਮਠਿਆਈ ਪ੍ਰਾਹੁਣਿਆਂ ਤੋਂ ਬਿਨਾਂ ਸੰਗਤ ਨੂੰ ਕਿਵੇਂ ਛਕਾਈਏ। ਇਹ ਬਚਨ ਜਦੋਂ ਆ ਕੇ ਸੇਵਾਦਾਰ ਨੇ ਗੁਰੂ ਮਹਾਰਾਜ ਨੂੰ ਦੱਸਿਆ, ਮਹਾਰਾਜ ਕਹਿੰਦੇ ਅੱਛਾ ਕਿ ਉਹਨਾਂ ਨੇ ਗੁਰੂ ਕੀ ਸੰਗਤ ਨਾਲੋਂ ਇਹ ਪ੍ਰਾਹੁਣਿਆਂ ਨੂੰ ਜ਼ਿਆਦਾ ਮਹਾਨਤਾ ਦਿੱਤੀ ਹੈ। ਇਹ ਗੁਰੂ ਨਾਨਕ ਸਾਹਿਬ ਦੀ ਸੰਗਤ। ਕਹਿੰਦੇ ਜਾਓ ਫਿਰ, ਇਹ ਹੁਣ ਪ੍ਰਾਹੁਣੇ ਨਹੀਂ, ਇਹ ਮਲੇਸ਼ ਖਾਣਗੇ। ਉੱਧਰ ਹਮਲਾ ਹੋ ਗਿਆ ਸੀ, ਉਹ ਹੀ ਘਟਨਾ ਘਟ ਗਈ ਸੀ। ਫਿਰ ਭਾਈ ਲੰਗਾਹ ਜੀ ਨੂੰ ਇਹ ਸੇਵਾ ਬਖਸ਼ੀ ਸੀ। ਇੱਧਰ ਤਾਂ ਹੁਣ ਬੰਦੂਕਾਂ ਦੀਆਂ ਗੋਲੀਆਂ ਹੀ ਸ਼ੱਕਰ ਪੁਆਲੇ ਇਹਨਾਂ ਨੂੰ ਪਰੋਸਾਂਗੇ ਅਤੇ ਝਬਾਲ ਜਾ ਕੇ ਬੀਬੀ ਜੀ ਦੇ ਵਿਆਹ ਦੀ ਸ਼ਾਦੀ ਦਾ ਸਮਾਗਮ ਕੀਤਾ ਜਾਏ। ਇਹਦੇ 'ਚ ਵੀ ਰੋਕ ਨਹੀਂ ਪਾਵਾਂਗੇ।
ਦੇਖ ਲਓ ਇਤਨਾ ਵੱਡਾ ਸਮਾਂ ਆਇਆ, ਫਿਰ ਵੀ ਜਿਹੜੇ ਗੁਰਮਤਿ ਸਿਧਾਂਤ ਸੀ ਉਹਨਾਂ ਦੇ ਅਨੁਸਾਰ ਮੁੱਖ ਰੱਖ ਕੇ ਬੀਬੀ ਬੀਰੋ ਜੀ ਦੀ ਸ਼ਾਦੀ ਹੋਈ। ਇਸ ਤਰ੍ਹਾਂ ਬਾਬਾ ਗੁਰਦਿੱਤਾ ਸਾਹਿਬ, ਇਹ ਗੁਰਦੁਆਰੇ ਸਤ ਕਰਤਾਰੀਏ, ਉਹਨਾਂ ਦੀ ਸ਼ਾਦੀ ਹੋਈ ਹੈ। ਸੋ ਹੋਰ ਵੀ ਦਸਮ ਪਾਤਸ਼ਾਹ, ਗੁਰੂ ਕੇ ਲਾਹੌਰ, ਇਤਿਹਾਸ ਪੜ੍ਹੀਏ ਅਤੇ ਉਹ ਰਸਮਾਂ ਜਿਹੜੀਆਂ ਸਾਰੀਆਂ ਬਿਲਕੁਲ ਗੁਰਮਤਿ ਅਨੁਸਾਰ ਮਹਾਰਾਜ ਨੇ ਕੀਤੀਆਂ। ਪਰ ਅੱਜ ਦੇ ਯੁੱਗ ਵਿੱਚ ਸਾਡੇ ਸਿੱਖਾਂ ਵਿੱਚ ਇਹ ਰਸਮਾਂ ਬਹੁਤ ਵਿਗੜ ਗਈਆਂ। ਇਹ ਗੁਰਪੁਰਬ ਮਨਾਉਣ ਦਾ ਜੋ ਇਤਨਾ ਵੱਡਾ ਉਪਰਾਲਾ ਕੀਤਾ ਜਾ ਰਿਹਾ, ਇਹਦਾ ਮੂਲ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਮਹਾਰਾਜ ਨੇ ਸਾਨੂੰ ਸਮੱਤ ਦਿੱਤੀ, ਇਤਿਹਾਸ ਪੜ੍ਹ ਸੁਣ ਕੇ ਸੋਝੀ ਲੈ ਕੇ ਅਸੀਂ ਆਪੋ ਆਪਣੇ ਘਰਾਂ ਦੇ ਅੰਦਰ ਵੀ ਜੋ ਗੁਰਮਤਿ ਅਨੁਸਾਰ ਇਹ ਰਵਾਇਤ ਹੈ, ਰਸਮ ਹੈ, ਕੀਤੀ ਜਾਏ, ਉਹਦੇ ਵਿੱਚ ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ। ਪਰ ਜੇ ਅਸੀਂ ਅੱਜ ਮਹਾਰਾਜ ਦੀਆਂ ਬਣਾਈਆਂ ਮਰਜ਼ਾਦਾ ਛੱਡਦੇ ਹਾਂ ਅਤੇ ਆਹ ਡਾਈਵੋਰਸ ਬਹੁਤ ਹੋਣ ਲੱਗ ਪਿਆ। ਵਿਆਹ ਦੀ ਹਾਲੇ ਖੁਸ਼ੀ ਪੂਰੀ ਨਹੀਂ ਹੁੰਦੀ, ਦੂਏ ਪਾਸੇ ਠਾਣੇ ਟਪਾਣੇ, ਅਦਾਲਤਾਂ ਵਿੱਚ ਕੇਸ ਸ਼ੁਰੂ ਹੋ ਜਾਂਦੇ ਆ। ਕਈਆਂ ਨੇ ਤਾਂ ਹੁਣ ਆਮਦਨ ਦਾ ਇਹ ਸੌਦਾ ਬਣਾ ਲਿਆ, ਲੜਕੀ ਵਿਆਹ ਦਿੰਦੇ ਛੱਡ ਛਡਾਈ, ਫਿਰ ਲੜਕੇ ਵਾਲਿਆਂ ਤੋਂ 15-20 ਲੱਖ ਰੁਪਈਆ ਲੈਣਾ। ਇਸ ਤਰ੍ਹਾਂ ਦਾ ਵੀ ਬੜਾ ਚੱਲ ਚਲਾ ਪਿਆ, ਐਸਾ ਵੀ ਬੜਾ ਹੋ ਰਿਹਾ। ਔਰ ਫਿਰ ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੜੀ ਸ਼ਰਧਾ ਭਗਤੀ ਨਾਲ, ਪਹਿਲਾਂ ਬਾਅਦ ਵਿੱਚ ਦੇਖ ਲਓ ਫਿਰ ਥਾਣਿਆਂ 'ਚ, ਅਦਾਲਤਾਂ ਵਿੱਚ ਕਿੰਨਾ ਕੁਝ ਹੋ ਰਿਹਾ। ਇਹ ਕਾਰਨ ਕੀ ਕਿ ਇਤਿਹਾਸ ਨਾ ਪੜ੍ਹਦੇ ਹਾਂ ਨਾ ਸੁਣਦੇ ਹਾਂ। ਇਤਿਹਾਸ ਵਿੱਚ ਜੋ ਸਾਨੂੰ ਮਹਾਰਾਜ ਨੇ ਆਪ ਕਰਕੇ ਦਿਖਾਇਆ ਅਤੇ ਉਹ ਇਤਿਹਾਸ ਤੋਂ ਸੋਝੀ ਲੈ ਕੇ ਉਸ ਢੰਗ ਦੇ ਨਾਲ ਇਹ ਰਸਮ ਕੀਤੀ ਜਾਏ ਅਤੇ ਫਿਰ ਕੋਈ ਕਲੇਸ਼ ਨਹੀਂ, ਸੁਖ ਹੀ ਹੈ। ਮਹਾਰਾਜ ਦੀ ਸੰਗਤ ਦੀ ਵੀ ਬਖਸ਼ਿਸ਼ ਹੁੰਦੀ ਹੈ। ਬਿਰਲੇ ਬਿਰਲੇ ਪਰਿਵਾਰ 'ਤੇ ਹੈ ਜਿਹੜੇ ਇਸ ਪਾਸੇ ਧਿਆਨ ਦੇ ਰਹੇ ਹਨ। ਇਹ ਆਮ ਜਿਵੇਂ ਲੋਕਾਂ ਦੀ ਭੀੜ ਜਿੱਧਰ ਜਾਂਦੀ ਹੈ ਉਧਰ ਹੀ ਜਾ ਰਹੇ ਹਨ। ਔਰ ਕਈ ਤਰ੍ਹਾਂ ਦੀ ਵਿਖੇਪਤਾ, ਕਲੇਸ਼ ਜਿਹੜੇ ਆ ਉਹ ਖੜੇ ਹੋਏ ਆ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਨਿਯਮ ਬਣਾਇਆ, ਆਪ ਸਾਰਾ ਇਹ ਸਮਾਗਮ ਕਿਸ ਤਰ੍ਹਾਂ ਕੀਤਾ। ਹੁਣ ਦੇਖੋ, ਬ੍ਰਾਹਮਣ ਉੱਧਰ ਪੁਰੋਹਿਤ ਸੀ, ਇੱਧਰ ਸੀ, ਪੜ੍ਹੇ ਲਿਖੇ ਸੀ, ਕੋਈ ਨਿਆਣੇ ਨਹੀਂ। ਉਹ ਹੁਣ ਹਵਨ ਕੁੰਡ ਬਣਾਇਆ ਸੀ, ਸਾਰੀ ਸਮੱਗਰੀ ਵਗੈਰਾ ਜਿਸ ਤਰ੍ਹਾਂ ਉਹ ਸਨਾਤਨੀ ਮੱਤ ਦੇ ਵਿੱਚ ਉਹ ਬੇਦੀ ਬਣਾਉਂਦੇ ਆ, ਫਿਰ ਉਹ ਲਾਵਾਂ ਵਗੈਰਾ ਕਿਰਿਆ ਕਰਦੇ ਕਰਾਉਂਦੇ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇੱਕ ਅਕਾਲ ਪੁਰਖ ਨੂੰ ਸਾਖੀ ਜਾਣ ਕੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ। ਚਾਹੇ ਦੁਨਿਆਵੀ ਰਸਮ ਸੀ ਅਤੇ ਚਾਹੇ ਪਰਮਾਰਥੀ ਹੈ, ਕਿਉਂਕਿ ਦੋ ਰਿਸ਼ਤੇ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖਾਂ ਦੇ ਹੁੰਦੇ ਆ। ਇੱਕ ਤਾਂ ਗ੍ਰਸਥ ਆਸ਼ਰਮ ਦਾ ਇਹ ਲਾਵਾਂ ਵਗੈਰਾ, ਅਤੇ ਦੂਸਰਾ ਜਦੋਂ ਆਪਾਂ ਪਰਮਾਰਥੀ ਰਿਸ਼ਤਾ ਖੰਡੇ ਵੱਟ ਦਾ ਅੰਮ੍ਰਿਤ ਛਕਦੇ ਹਾਂ, ਉਹ ਵੀ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਦਾ ਅਤੇ ਗੁਰੂ ਦਾ ਨਾਤਾ ਜੋੜਦੇ ਆ। ਕਿਉਂਕਿ ਜਿਹੜਾ ਆਨੰਦ ਕਾਰਜ ਦਾ ਦੁਨਿਆਵੀ ਰਿਸ਼ਤਾ ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ 'ਚ, ਜਿਹੜਾ ਪਰਮਾਰਥੀ ਹੈ
ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ। ਹੁਣ ਦੇਖੋ, ਪੰਜ ਪਿਆਰਿਆਂ ਨੂੰ ਮਹਾਰਾਜ ਨੇ ਬੜੀ ਮਹਾਨਤਾ ਬਖਸ਼ੀ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨਾ ਕਰੀਏ ਤੇ ਉਵੇਂ ਅੰਮ੍ਰਿਤ ਬਣਾਉਣ ਲੱਗ ਪਣ, ਕੋਈ ਪੀਣ ਲਈ ਤਿਆਰ ਹੋਏਗਾ? ਇਹ ਮਹਾਰਾਜ ਹੈ ਨਹੀਂ ਤੇ ਤੁਸੀਂ ਇਹ ਵੀ ਕੀ ਕਰਨ ਲੱਗੇ? ਕਿਉਂ? ਅੰਮ੍ਰਿਤ ਬਾਟਾ ਬਖਸ਼ਿਸ਼ ਗੁਰੂ ਦੀ ਵਰਤਣੀ ਹੈ ਪੰਜਾਂ ਪਿਆਰਿਆਂ ਰਾਹੀਂ। ਪਰ ਮਹਾਰਾਜ ਪ੍ਰਕਾਸ਼ਮਾਨ ਹੋਣਗੇ, ਫਿਰ ਮਹਾਰਾਜ ਦੀ ਹਜ਼ੂਰੀ ਜੋ ਨਿਯਮ ਬਣੇ ਆ ਅੰਮ੍ਰਿਤ ਛਕਾਉਣ ਦੇ, ਉਹਦੇ ਦੁਆਰਾ ਇਹ ਸਾਰੀ ਪ੍ਰਕਿਰਿਆ ਹੁੰਦੀ ਹੈ। ਇਸ ਤਰ੍ਹਾਂ ਉਹ ਤਾਂ ਆਪਾਂ ਚਲੋ ਠੀਕ ਕਰਾ ਰਹੇ ਹਾਂ, ਉਹਦੇ 'ਚ ਵੀ ਪਿੱਛੇ ਜਾ ਤਾਂ ਉਹ ਗਲਤ ਜਿਹਾ ਢੰਗ ਨਾਲ ਕਰਨ ਲੱਗੇ ਸੀ ਕਿ ਇੰਨੇ ਪਿਆਰੇ ਇੰਨੀਆਂ ਪਿਆਰੀਆਂ ਹੁਣ ਉਹ ਅੰਮ੍ਰਿਤ ਛਕਾਉਣ। ਪਰ ਜੋ ਮਹਾਰਾਜ ਮਰਜ਼ਾਦਾ ਬਣਾ ਗਿਆ ਉਹ ਹੀ ਠੀਕ ਹੁੰਦੀ ਹੈ। ਆਪਣੀ ਮਰਜ਼ੀ ਦੇ ਨਾਲ ਕੋਈ ਅਦਲੀਆਂ ਬਦਲੀਆਂ ਨਹੀਂ ਹੁੰਦੀਆਂ। ਮਨੁੱਖ ਬੜਾ ਸਿਆਣਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਜਿਹੜਾ ਇਹ ਦੁਨਿਆਵੀ ਰਿਸ਼ਤਾ ਹੈ, ਸੋ ਇਹਦੇ ਵਾਸਤੇ ਵੀ ਮਹਾਰਾਜ ਨੇ ਨਿਯਮ ਬਣਾਏ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਜਾਂਜੀਆਂ ਮਾਂਜੀਆਂ ਬਾਰੇ ਵੀ ਲਿਖਿਆ, ਔਰ ਦੇ ਘੋੜੀ ਤੇਜਣ ਜੀ ਰਾਮ ਅਪਾਈਆ ਰਾਮ, ਇਹ ਢਕਾ ਦੇ ਸ਼ਬਦ ਵੀ ਹੈਗੇ ਆ, ਰਾਗੀ ਪੜ੍ਹਦੇ ਆ। ਸਾਜਨ ਆਏ ਬੁੱਠੇ ਕਰਮਾਂ ਨੂੰ ਕੁੜਮਾਈ ਵਾ ਪਿਆਰੀ ਆ ਜੀ, ਸਤ ਵਚਨ ਜੀ। ਸੋ ਆਓ, ਸਮਾਂ ਜੋ ਨਿਸ਼ਚਿਤ ਹੈ ਉਹਦੇ ਮੁਤਾਬਕ ਸਾਰਾ ਪੰਜ ਪਿਆਰੇ ਆ ਗਏ, ਮੈਂਬਰ ਸਾਹਿਬਾਨ। ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।